ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕ ਤੇ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਕਿਤਾਬ ਸ਼ਹੀਦ ਬਿਲਾਸ ਸੰਤ ਜਰਨੈਲ ਸਿੰਘ, ਜਿਸ ਦੇ ਸੰਪਾਦਕ ਨੇ ਗੁਰਤੇਜ ਸਿੰਘ, ਪ੍ਰੋਫੈਸਰ ਆਫ ਸਿੱਖੀਜ਼ਮ ਅਤੇ ਡਾਕਟਰ ਸਵਰਨਜੀਤ ਸਿੰਘ। ਕਿਤਾਬ ਦੇ ਪਿਛਲੇ ਅਧਿਆਇ ਸਿਰਤਾਰ ਤਲੀ ਕਲੀ ਮੇਰੀ ਆਓ ਵਿੱਚ ਲੇਖਕ ਗੁਰਤੇਜ ਸਿੰਘ ਨੇ ਦੱਸਿਆ ਕਿ ਸੰਤ ਜਰਨੈਲ ਸਿੰਘ ਸੰਤ ਸਿਪਾਹੀ ਤਾਂ ਹੈ ਹੀ ਸਨ, ਪਰ ਉਹਨਾਂ ਵਿੱਚ ਰੂਹਾਨੀਅਤ ਵੀ ਬਹੁਤ ਸੀ। ਉਹਨਾਂ ਸੰਤਾਂ ਦੀਆਂ ਕੁਝ ਇਹੋ ਜਿਹੀਆਂ ਗੱਲਾਂ ਦਸੀਆਂ ਜਿਸ ਰਾਹੀਂ ਸੰਤ ਜੀ ਅਧਿਆਤਮਕ ਵਿਅਕਤੀ ਸਨ। ਉਹ ਗੁਰਬਾਣੀ ਪੜ੍ਹਦੇ ਰਹਿੰਦੇ ਸਨ ਅਤੇ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਕਰਦੇ ਸਨ। ਹੁਣ ਕਰਦੇ ਹਾਂ ਅਗਲੇ ਅਧਿਆਇ ਦੀ ਸ਼ੁਰੂਆਤ, ਜਿਸ ਦਾ ਨਾਮ ਹੈ ਪਿੰਡਰਾਂ ਵਾਲੇ ਦੀ ਸ਼ਮਸ਼ੀਰ। ਲੇਖਕ ਨੇ ਗੁਰਤੇਜ ਸਿੰਘ। ਨਿਹਾਇਤ ਹੀ ਗਲਤ ਸਮਝਿਆ ਗਿਆ, ਵਿਗਾੜ ਕੇ ਪੇਸ਼ ਕੀਤਾ ਗਿਆ ਅਤੇ ਬਦਨਾਮ ਕੀਤਾ ਗਿਆ। ਸੰਤ ਪਿੰਡਰਾਂ ਵਾਲਾ ਇੱਕ ਸੱਚਾ ਸੁੱਚਾ ਤਰਕਪੂਰਨ ਅਤੇ ਅਸੂਲੀ ਮਨੁੱਖ ਹੈ, ਜੋ ਚੋਰ ਨੂੰ ਚੋਰ ਕਹਿਣ ਵਿੱਚ ਖਰੇ ਸ਼ਬਦ ਇਸਤੇਮਾਲ ਕਰਨੋਂ ਬਿਲਕੁਲ ਨਹੀਂ ਝਿਜਕਦਾ। ਉਹ ਅਜੋਕੇ ਰਾਜਨੀਤਿਕਾਂ ਦੀ ਤਰ੍ਹਾਂ ਗਿਰਗਟ ਵਾਂਗ ਰੰਗ ਨਹੀਂ ਬਦਲਦਾ। ਉਸਨੇ ਕਦੇ ਵੀ ਵੱਖਵਾਦ ਜਾਂ ਹਿੰਸਾ ਦਾ ਪ੍ਰਚਾਰ ਨਹੀਂ ਕੀਤਾ। ਹਾਂ, ਪਰ ਉਹ ਆਪਣੀ ਕੌਮ ਲਈ ਬਰਾਬਰਤਾ ਅਤੇ ਇਨਸਾਫ ਦੀ ਪੂਰਨ ਰੂਪ ਵਿੱਚ ਪ੍ਰਾਪਤੀ ਦੀ ਬਜਾਏ ਡੰਗ ਟਪਾਊ ਅਤੇ ਰਸੀਲੇ ਲਾਰੇ ਲੱਪਿਆਂ ਨੂੰ ਪਰਵਾਹ ਨਹੀਂ ਕਰਦਾ। ਸੰਪਾਦਕ ਸਿੱਖ ਰਿਵਿਊ। ਅਜੋਕੇ ਦਿਨਾਂ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਦੇ ਸ਼ਸਤਰਧਾਰੀ ਵਰਤਾਰੇ ਨੂੰ ਲਗਾਤਾਰ ਬੇਹੂਦਾ ਢੰਗ ਨਾਲ ਭਾਰਤੀ ਉਪ ਮਹਾਦੀਪ ਵਿਚਲੀ ਸਭ ਤੋਂ ਭਿਆਨਕ ਮਰਜ਼ ਦੇ ਰੂਪ ਵਿੱਚ ਪ੍ਰਚਾਰਿਆ ਜਾ ਰਿਹਾ ਹੈ। ਉਸੇ ਸਿੱਧ ਪੱਧਰੇ ਅਤੇ ਹਮੇਸ਼ਾ ਡੂੰਘੇ ਸਿਮਰਨ ਜਾਂ ਹਾਰਦਿਕ ਸ਼ਰਧਾ ਭਾਵ ਵਿੱਚ ਲੀਨ ਰਹਿਣ ਵਾਲੇ ਸਾਥੀਆਂ ਨੂੰ ਮੀਡੀਆ ਦੀ ਜਾਦੂਈ ਛੜੀ ਨਾਲ ਮਹਿਜ਼ ਇਸ ਕਾਰਨ ਵਿਨਾਸ਼ ਅਤੇ ਤਬਾਹੀ ਫੈਲਾ ਰਹੇ ਨਿੱਜੀ ਖਾੜਕੂ ਹਥਿਆਰਬੰਦ ਟੋਲੇ ਦਾ ਰੂਪ ਦਿੱਤਾ ਜਾ ਰਿਹਾ ਹੈ, ਕਿਉਂਕਿ ਉਹ ਸ਼ਸਤਰਾਂ ਸਹਿਤ ਵਿਚਰਦੇ ਹਨ। ਸਮੁੱਚੀ ਪ੍ਰੈਸ ਵੱਲੋਂ ਇਸ ਸੰਬੰਧੀ ਖੜੇ ਕੀਤੇ ਗਏ ਹੋਏ, ਜਿਨ੍ਹਾਂ ਦੀ ਵਾਸਤਾ ਵਿੱਚ ਕਿਤੇ ਕੋਈ ਹੋਂਦ ਨਹੀਂ ਹੈ, ਮੀਡੀਆ ਦੀ ਕਦੇ ਨਾ ਸੰਤੁਸ਼ਟ ਹੋ ਸਕਣ ਵਾਲੀ ਸਨਸਨੀ ਫੈਲਾਊ ਹਿਰਸ ਦਾ ਹਿੱਸਾ ਹੈ। ਪਰ ਇਸ ਗੱਲ ਨੂੰ ਕੋਖਣ ਦੀ ਸਖਤ ਲੋੜ ਹੈ ਕਿ ਮੌਜੂਦਾ ਬ੍ਰਾਹਮਣਵਾਦੀ ਹਿੰਦੂ ਮਾਨਸਿਕਤਾ ਨੇ ਇਹਨਾਂ ਝੂਠੀਆਂ ਅਫਵਾਹਾਂ ਨੂੰ ਬਿਨਾਂ ਕੋਈ ਆਲੋਚਨਾਤਮਕ ਨਜ਼ਰੀਆ ਅਪਣਾਇਆ ਕਿਉਂ ਸਵੀਕਾਰ ਲਿਆ। ਇਸ ਵਰਤਾਰੇ ਨੂੰ ਸਮਝਣ ਦੀ ਕੁੰਜੀ ਸ਼ਾਇਦ ਇਸ ਜਾਤ ਪ੍ਰਥਾਧਾਰੀ ਸਮਾਜ ਵਿੱਚ ਕਿਸੇ ਸ਼ਸਤਰਧਾਰੀ ਵਿਅਕਤੀ ਦੀ ਸਮਰੱਥਾ ਪ੍ਰਤੀ ਮੁਕੰਮਲ ਬੇਇਤਬਾਰੀ ਹੋਣ ਵਿੱਚ ਵਿਦਮਾਨ ਹੈ। ਇਹ ਪ੍ਰਚਾਰ ਲਹਿਰ ਇੰਨੀ ਸ਼ਕਤੀਸ਼ਾਲੀ ਹੈ ਕਿ ਸਿੱਖਾਂ ਵਿਚਲੇ ਇੱਕ ਵਰਗ, ਜਿਨ੍ਹਾਂ ਨੂੰ ਪਰਮਾਉਣ ਸ਼ਬਦਾਵਲੀ ਵਿੱਚ ਨਰਮ ਖਿਆਲੀ ਕਿਹਾ ਜਾਂਦਾ ਹੈ, ਤੱਕ ਦੇ ਵੀ ਪੈਰ ਉਖੜ ਗਏ ਹਨ। ਉਹਨਾਂ ਸਥਾਈ ਹਾਕਮ ਬਹੁ ਗਿਣਤੀ ਦੀ ਗੈਰ ਵਾਜਿਬ ਦਵੈਤ ਭਾਵਨਾ ਦਾ ਗੁਲਾਮਾਂ ਵਾਂਗ ਪੱਖ ਪੂਰਨ ਦੇ ਕਈ ਯਤਨ ਕੀਤੇ ਗਏ ਹਨ ਅਤੇ ਬੇਅਕਲੀ ਪੂਰਕ ਹਾਕਮ ਬਹੁ ਗਿਣਤੀਆਂ ਵੱਲੋਂ ਫੈਲਾਈ ਜਾ ਰਹੀ ਇਸ ਧਾਰਨਾ ਦਾ ਦੇਖਾ ਦੇਖੀ ਸਮਰਥਨ ਕਰਨਾ ਆਰੰਭ ਦਿੱਤਾ ਹੈ ਕਿ ਸੰਤ ਦਾ ਸ਼ਸਤਰਧਾਰੀ ਹੋਣਾ ਧਾਰਮਿਕ ਤੌਰ ਤੇ ਅਣਉਚਿਤ ਹੈ, ਭਾਵੇਂ ਕਿ ਇਸ ਸੰਬੰਧੀ ਉਹਨਾਂ ਕੋਲ ਕੋਈ ਸਪਸ਼ਟ ਤਰਕ ਨਹੀਂ ਹੈ। ਪੁਰਾਤਨ ਸਮਿਆਂ ਤੋਂ ਲੈ ਕੇ ਅੱਜ ਤੱਕ ਦੇ ਹਥਿਆਰਾਂ ਤੱਕ ਕਿਰਪਾਨ ਨੇ ਵਿਸ਼ੇਸ਼ ਰੂਪ ਵਿੱਚ ਨਿੱਜੀ ਠਾਠ-ਬਾਠ ਦੇ ਸ਼ਿੰਗਾਰ ਵਜੋਂ ਆਪਣਾ ਰੁਤਬਾ ਬਰਕਰਾਰ ਰੱਖਿਆ ਹੈ ਅਤੇ ਇਹ ਰਾਜਸੀ ਆਜ਼ਾਦੀ ਦਾ ਸਾਧਨ ਤੇ ਪ੍ਰਤੀਕ ਹੈ। ਸਵਿਟਜ਼ਰਲੈਂਡ ਦੇ ਉਹਨਾਂ ਪ੍ਰਾਂਤਾਂ ਵਿੱਚ ਜਿੱਥੇ ਸਿੱਧਾ ਲੋਕਤੰਤਰ ਪ੍ਰਚਲਿਤ ਹੈ, ਨਾਗਰਿਕ ਆਪਣੀ ਆਜ਼ਾਦ ਹਸਤੀ ਦਾ ਦਾਅਵਾ ਜਤਾਉਣ ਖਾਤਰ ਰਿਵਾਜ ਦੇ ਤੌਰ ਤੇ ਕਟਾਰਾ ਪਹਿਨ ਕੇ ਅਸੈਂਬਲੀ ਵੀ ਜਾਂਦੇ ਹਨ। ਤਲਵਾਰ ਹਾਲਾ ਵੀ ਗੌਰਵ ਅਤੇ ਸਵੈਮਾਨ ਦਾ ਆਲਮੀ ਚਿੰਨ੍ਹ ਹੈ। ਜਿਹੜੇ ਵੀ ਦੇਸ਼ਾਂ ਵਿੱਚ ਪ੍ਰਾਚੀਨ ਆਰੀਅਨ ਲੋਕਾਂ ਨੇ ਵਸੇਬਾ ਕੀਤਾ ਹੈ, ਉਤੇ ਸੂਰਬੀਰਤਾ ਦਾ ਆਦਰਸ਼ਕ ਬਿੰਬ ਇੱਕ ਸੱਚਮੁੱਚ ਦੇ ਅਜਿੱਤ ਹੀਰੋ ਦੇ ਅੰਦਾਜ਼ ਵਿੱਚ ਜੰਗੀ ਘੋੜੇ ਦੀ ਸਵਾਰੀ ਕਰ ਰਹੇ ਇੱਕ ਪੂਰਨ ਹਥਿਆਰਬੰਦ ਨੌਜਵਾਨ ਦੀ ਤਸਵੀਰ ਹੈ। ਉਹਨਾਂ ਦੀ ਆਜ਼ਾਦੀ ਪਸੰਦ ਪ੍ਰਚੰਡ ਮਾਨਸਿਕਤਾ ਨੇ ਉਹਨਾਂ ਲਈ ਇਹ ਲਾਜ਼ਮੀ ਬਣਾ ਦਿੱਤਾ ਸੀ ਕਿ ਉਹ ਕਸਿਆਰਿਆਂ ਵਾਂਗ ਵਿਚਰਨ ਦੀ ਬਜਾਏ ਸ਼ਾਹੀ ਮਰਦਾਂ ਵਾਲੀ ਦਿੱਖ ਨਾਲ ਸੰਸਾਰ ਵਿੱਚ ਵਿਚਰਨ। ਪ੍ਰਸਿੱਧ ਯੂਨਾਨੀ ਸੂਰਮੇ ਹੋਰੇਸ਼ੀਅਸ ਵਾਂਗ ਪ੍ਰਾਚੀਨ ਯੂਨਾਨੀ ਅਤੇ ਰੋਮਨ ਲੋਕ ਬਹੁ ਗਿਣਤੀ ਦੀ ਤਾਉਸ ਮੂਹਰੇ ਵੀ ਅਡੋਲ ਰਹਿੰਦੇ, ਮੌਤ ਕਰਦੇ, ਪਰ ਨਮੋਸ਼ੀ ਨਾਲ ਮਰਨ ਤੋਂ ਥਰ-ਥਰ ਕੰਬਦੇ ਸਨ। ਪ੍ਰਾਚੀਨ ਪੰਜਾਬੀਆਂ ਨਾਲ ਤਲਵਾਰ ਦਾ ਵਿਸ਼ੇਸ਼ ਸਾਥ ਰਿਹਾ ਹੈ ਅਤੇ ਅਲੈਗਜ਼ੈਂਡਰ ਵੱਲੋਂ ਪੰਜਾਬ ਤੋਂ ਤਲਵਾਰਾਂ ਮੰਗਵਾਉਣਾ ਬੜਾ ਜਾਣਿਆ ਪਛਾਣਿਆ ਤੱਥ ਹੈ। ਸ਼ਸਤਰਾਂ ਪ੍ਰਤੀ ਇਸ਼ਕ ਅਤੇ ਇਸ ਤੋਂ ਪ੍ਰੇਰਿਤ ਹੋਣ ਵਾਲੀਆਂ ਮਾਨਸਿਕ ਰੁਚੀਆਂ ਨੇ
ਪ੍ਰਾਚੀਨ ਸਮੇਂ ਤੋਂ ਹੀ ਪੰਜਾਬੀਆਂ ਦੇ ਸਮਾਜਿਕ ਅਤੇ ਰਾਜਸੀ ਤਾਣੇ ਪੇਟੇ ਨੂੰ ਵੱਡੇ ਪੈਮਾਨੇ ਤੇ ਪ੍ਰਭਾਵਿਤ ਕੀਤਾ ਹੈ। ਬਰਾਬਰਤਾ ਦੀ ਵਿਆਪਕ ਤੀਬਰ ਪ੍ਰਵਿਰਤੀ ਉਹਨਾਂ ਦੇ ਸਮਾਜ ਦੀ ਵਿਸ਼ੇਸ਼ਤਾ ਸੀ, ਜੋ ਉਹਨਾਂ ਦਰਮਿਆਨ ਕਿਸੇ ਵੀ ਕਿਸਮ ਦੀ ਜਾਤ ਪ੍ਰਥਾ ਦੀ ਅਣਹੋਂਦ ਦਾ ਯਕੀਨ ਦਿਵਾਉਂਦੀ ਹੈ। ਉਹਨਾਂ ਦੀਆਂ ਪੁਸ਼ਤਾਂ ਤੋਂ ਅੱਜ ਤੱਕ ਪ੍ਰਚਲਿਤ ਪ੍ਰਾਰਥਨਾਵਾਂ ਪ੍ਰਗਟ ਕਰਦੀਆਂ ਹਨ ਕਿ ਉਹ ਆਪਣੇ ਪੂਜਨੀਕ ਦੇਵਤਿਆਂ ਉੱਪਰ ਵੀ ਆਪਣੇ ਖੂਨੀ ਰਿਸ਼ਤੇ ਵਾਂਗ ਹੱਕ ਜਤਾਉਂਦੇ ਸਨ। ਉਹਨਾਂ ਦਾ ਰਾਜਸੀ ਸਮਾਜਿਕ ਸੰਗਠਨ ਆਤਮ ਨਿਰਭਰ ਇਕਾਈਆਂ ਦਾ ਸਮੂਹ ਹੁੰਦਾ ਸੀ, ਜੋ ਆਪਣੀ ਖੁਦਮੁਖਤਿਆਰੀ ਪ੍ਰਤੀ ਹਮੇਸ਼ਾ ਤਤਪਰ ਰਹਿੰਦੇ ਸਨ। ਯੂਨਾਨੀ ਇਤਿਹਾਸਕਾਰਾਂ ਨੇ ਪੰਜਾਬ ਵਿੱਚ ਅਨੇਕਾਂ ਸੁਤੰਤਰ ਗਣਰਾਜਾਂ ਦੀ ਹੋਂਦ ਦਾ ਉਲੇਖ ਕੀਤਾ ਹੈ। ਸਰਬੱਤ ਦੇ ਭਲੇ ਦਾ ਸਿਧਾਂਤ ਉਹਨਾਂ ਵਿਚਲੇ तमाम ਸਮੂਹਿਕ ਰਾਜਸੀ ਸਮਾਜਿਕ ਕਾਰਜਾਂ ਦਾ ਆਧਾਰ ਸੀ। ਇਹੀ ਕਾਰਨ ਸੀ ਕਿ ਮਹਾਯਾਨ ਬੁੱਧਮਤ ਆਪਣੀ ਉਦਾਰਵਾਦੀ ਦਿੱਖ ਅਤੇ ਨਿਰੋਲ ਸਰਬ ਸਾਂਝੇ ਸਰੋਕਾਰਾਂ ਸਦਕਾ ਪੰਜਾਬ ਵਿੱਚ ਡੂੰਘੀਆਂ ਜੜ੍ਹਾਂ ਲਾ ਗਿਆ। ਪੰਜਾਬ ਦੇ ਬੁੱਧਮਤ ਨੂੰ ਇੰਨੀ ਸ਼ਿੱਦਤ ਨਾਲ ਸਵੀਕਾਰਿਆ ਕਿ ਪੰਜਾਬ ਦੀ ਧਰਤੀ ਬੁੱਧ ਧਰਮ ਦੇ ਵਿਸ਼ਵੀਕਰਨ ਲਈ ਪ੍ਰਚਾਰ ਸਰਗਰਮੀਆਂ ਦੇ ਸੰਚਾਲਨ ਦਾ ਕਾਰਗਰ ਗੜ੍ਹ ਹੋ ਨਿਬੜੀ, ਜਿੱਥੋਂ ਇਹ ਬੁੱਧਮਤ ਚੀਨ, ਅਫਗਾਨਿਸਤਾਨ ਅਤੇ ਇਸ ਤੋਂ ਵੀ ਅਗਾਂਹ ਤੱਕ ਫੈਲਿਆ। ਤਤਕਾਲੀਨ ਬ੍ਰਾਹਮਣਵਾਦ ਇਸ ਨਰੋਏ ਸਮਾਜ, ਜੋ ਮਨੁੱਖਤਾ ਦੀ ਸਦੀਵੀ ਖੁਸ਼ਹਾਲੀ ਨੂੰ ਸਮਰਪਿਤ ਜ਼ਬਰਦਸਤ ਨਵ ਨਵੇਲੇ ਵਿਚਾਰਾਂ ਨੂੰ ਨਿਵਾਜਣ ਦੇ ਸਮਰੱਥ ਸੀ, ਨੂੰ ਕਹਿਰੀ ਅੱਖ ਨਾਲ ਵੇਖਣੋਂ ਜ਼ਰਾ ਨਾ ਉਕਿਆ ਕਿ ਪਰਉਪਕਾਰੀ ਗੁਰੂ ਸਾਹਿਬਾਨਾਂ ਵੱਲੋਂ ਪੰਜਾਬ ਨੂੰ ਆਪਣੇ ਕਲਿਆਣਕਾਰੀ ਮਿਸ਼ਨ ਦਾ ਕੇਂਦਰ ਬਣਾਏ ਜਾਣ ਦਾ ਤਰਕ ਜਾਣਨ ਲਈ ਉਪਰੋਕਤ ਚਰਚਾ ਕਾਫੀ ਨਹੀਂ ਹੈ। ਜ਼ੋਰ ਫੜ ਰਹੇ ਬ੍ਰਾਹਮਣਵਾਦ ਨੇ ਹਿੰਦੂ ਸਮਾਜ ਨੂੰ ਇਸ ਤਬਦੀਲੀ ਦੇ ਦੌਰ ਤੋਂ ਬਿਲਕੁਲ ਅਪਿੱਜ ਰੱਖਣ ਲਈ ਪੂਰਾ ਤਾਣ ਲਿਆ। ਆਪਣੇ ਗਲਬੇ ਨੂੰ ਕਾਇਮ ਰੱਖਣ ਹਿੱਤ ਸਥਾਈ ਥੰਮ ਵਜੋਂ ਉਸਨੇ ਪ੍ਰਮੁੱਖ ਰੂਪ ਵਿੱਚ ਜਾਤ ਪਾਤ ਦੇ ਕੱਟੜ ਤਾਣੇ ਬਾਣੇ ਦੀ ਓਟ ਲਈ। ਜਾਤਾਂ ਨੂੰ ਰੱਬੀ ਹੁਕਮ ਵਜੋਂ ਨਿਸ਼ਚਿਤ ਕੀਤਾ ਗਿਆ। ਜਾਤ ਵੰਡ ਅਨੁਸਾਰ ਆਪਣੇ ਕੀਤੇ ਨਿਭਾਉਣ ਅਤੇ ਮੋਕਸ਼ ਪ੍ਰਾਪਤੀ ਵਿਚਾਲੇ ਪਰਸਪਰ ਸੰਬੰਧ ਹੋਣ ਦੀ ਧਾਰਨਾ ਪ੍ਰਚਲਿਤ ਕੀਤੀ ਗਈ। ਵਿਅਕਤੀਗਤ ਮਾਨਸਿਕਤਾ ਨੂੰ ਡਾਵਾਡੋਲ ਕਰਨ ਲਈ ਪਿੱਟ ਦੇ ਸੰਕਲਪ ਨੂੰ ਨਾਲ ਰਲਾਇਆ ਗਿਆ। ਉਪਰੋਕਤ ਵੰਡ ਪ੍ਰਣਾਲੀ ਨੂੰ ਮੰਨਣ ਤੋਂ ਨਾਬਰ ਵਿਅਕਤੀਆਂ ਅਤੇ ਵਿਰੋਧੀ ਵਰਗਾਂ ਦੇ ਸਿਰ ਉੱਤੇ ਹਮੇਸ਼ਾ ਉਹਨਾਂ ਦਾ ਸਮਾਜਿਕ ਰੁਤਬਾ ਘਟਾ ਦਿੱਤੇ ਜਾਣ ਦੀ ਤਲਵਾਰ ਲਟਕਾਈ ਰੱਖਣ ਦੀ ਵਿਵਸਥਾ ਕੀਤੀ ਗਈ। ਇਹ ਮੁਕੰਮਲ ਰੂਪ ਵਿੱਚ ਕੇਵਲ ਅਤੇ ਕੇਵਲ ਬ੍ਰਾਹਮਣ ਛਤਰੀ ਗੱਠਜੋੜ ਦੇ ਫਾਇਦੇ ਹਿੱਤ, ਜਿਸ ਵਿੱਚ ਸਰਦਾਰੀ ਫਿਰ ਬ੍ਰਾਹਮਣਾਂ ਦੀ ਹੀ ਸੀ, ਲੋਕਾਂ ਦੇ ਅਣਗਿਣਤ ਵਿਸ਼ਾਲ ਸਮੂਹ ਨੂੰ ਨਿਰਦੈਤਾ ਪੂਰਕ ਗੁਲਾਮੀ ਦੀ ਤਰਸਯੋਗ ਹਾਲਤ ਤੱਕ ਦੁਰਕਾਰਿਆ ਗਿਆ। ਛਤਰੀਆਂ ਨੂੰ ਵਰਣ ਆਸ਼ਰਮ ਜਾਂ ਦੂਜੇ ਸ਼ਬਦਾਂ ਵਿੱਚ ਜਾਤ ਪਾਤ ਦੇ ਤਜਵੀਜ਼ਸ਼ੁਦਾ ਨਿਯਮਾਂ ਦੀ ਰਖਵਾਲੀ ਦਾ ਕੰਮ ਸੰਭਾਲਿਆ ਗਿਆ ਅਤੇ ਕੇਵਲ ਇਸ ਵਰਗ ਦੇ ਲੋਕਾਂ ਨੂੰ ਹੀ ਪੇਸ਼ੇ ਵਜੋਂ ਸੈਨਿਕ ਗਤੀਵਿਧੀਆਂ ਲਈ ਹਥਿਆਰ ਪ੍ਰਯੋਗ ਕਰਨ ਦੀ ਆਗਿਆ ਦਿੱਤੀ ਗਈ। ਸ਼ੂਦਰ ਜਾਂ ਅਜੋਕੀ ਸ਼ਬਦਾਵਲੀ ਵਿੱਚ ਦਲਿਤ ਜਿਸ ਹੱਕ ਤੱਕ ਨਰਕ ਭੋਗਣ ਲਈ ਮਜਬੂਰ ਸਨ, ਉਸ ਦੀ ਸੀਮਾ ਸ਼ਾਸਤਰਾਂ, ਧਾਰਮਿਕ ਆਚਾਰ ਸੰਹਿਤਾ ਨੂੰ ਨਿਰਧਾਰਿਤ ਕਰਦੇ ਕਾਨੂੰਨ ਦੀਆਂ ਢੁਕਵੀਆਂ ਮੱਦਾਂ ਤੋਂ ਮਾਪੀ ਜਾ ਸਕਦੀ ਹੈ। ਇਹ ਸ਼ਾਸਤਰ ਮਹਿਜ਼ ਥੋਤੀ ਸ਼ਬਦਾਵਲੀ ਹੀ ਨਹੀਂ ਸੀ, ਬਲਕਿ ਇਸ ਨੂੰ ਹਿੰਦੂ ਜਗਤ ਵੱਲੋਂ ਰੱਬ ਦੇ ਅਵਤਾਰਾਂ ਵਜੋਂ ਮੰਨੇ ਜਾਂਦੇ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰਾਮ ਦਾ ਸਮਰਥਨ ਵੀ ਪ੍ਰਾਪਤ ਸੀ। ਸ਼੍ਰੀ ਰਾਮ ਨੂੰ ਤਾਂ ਖਾਸ ਤੌਰ ਉਤੇ ਅੱਜ ਤਾਈਂ ਮਰਿਆਦਾ ਪੁਰਸ਼ੋਤਮ ਵਜੋਂ ਪੂਜਿਆ ਜਾਂਦਾ ਹੈ। ਇਹ ਦੋਵੇਂ ਰੱਬ ਅਵਤਾਰੀ ਹੋਣ ਦੇ ਨਾਲ-ਨਾਲ ਬਾਦਸ਼ਾਹ ਵੀ ਸਨ। ਸਥਾਪਤ ਮਨੋਤ ਅਨੁਸਾਰ ਪ੍ਰਜਾਪਤੀ ਨੇ ਉਸ ਨੂੰ ਸ਼ੂਦਰ ਨੂੰ ਹੋਰਨਾਂ ਜਾਤਾਂ ਦੇ ਗੁਲਾਮ ਵਜੋਂ ਪੈਦਾ ਕੀਤਾ। ਆਇਤਰਾ ਬ੍ਰਾਹਮਣ ਸ਼ੂਦਰ ਤੋਂ ਬਿਨਾਂ ਦੋਸ਼ ਕੋੜੇ ਮਾਰੇ ਜਾਣ ਦੀ ਸਜ਼ਾ ਦਾ ਅਧਿਕਾਰ ਕਹਿੰਦਾ ਹੈ। ਅਪਸਤੰਭਾ ਨਿਰਧਾਰਿਤ ਕਰਦਾ ਹੈ ਕਿ ਉਪਰਲੀਆਂ ਤਿੰਨ ਜਾਤਾਂ ਦੇ ਮਨੁੱਖਾਂ ਵਿਰੁੱਧ ਅਪਮਾਨਜਨਕ ਸ਼ਬਦ ਵਰਤਣ ਵਾਲੇ ਸ਼ੂਦਰ ਦੀ ਜੀਭ ਕੱਟ ਦਿੱਤੀ ਜਾਵੇ। ਪਹਿਲੀਆਂ ਤਿੰਨ ਜਾਤਾਂ ਨਾਲ ਬਰਾਬਰਤਾ ਹਾਸਲ ਕਰਨ ਦੀ ਹਿਮਾਕਤ ਕਰਨ ਵਾਲੇ ਸ਼ੂਦਰ ਨੂੰ ਕੋੜੇ ਮਾਰੇ ਜਾਣ। ਇਸ ਤੋਂ ਵੀ ਅਗਾਂਹ ਵਿਵਸਥਾ ਸੀ ਕਿ ਜੇ ਕੋਈ ਸ਼ੂਦਰ ਦਿਵ ਜਾਤੀ ਦੇ ਨਾਮ ਅਤੇ ਜਨਮ ਸੰਬੰਧੀ ਬੋਲ ਕੁਬੋਲ ਕਰੇ ਤਾਂ ਉਸਦੇ ਮੂੰਹ ਵਿੱਚ 10 ਉਂਗਲ ਲੰਬਾ ਲੋਹੇ ਦਾ ਕਿੱਲ ਠੋਕ ਦਿੱਤਾ ਜਾਵੇ। ਸ਼ੂਦਰ ਨੂੰ ਧਾਰਮਿਕ ਰਸਮਾਂ ਅਦਾ ਕਰਨ ਦੀ ਮਨਾਹੀ ਸੀ। ਉਸ ਨੂੰ ਧਰਮ ਦੇ ਗਿਆਨ ਤੋਂ ਬਿਲਕੁਲ ਅਣਜਾਣ ਰੱਖੇ ਜਾਣ ਦਾ ਹੁਕਮ ਸੀ। ਜੋ ਸ਼ੂਦਰ ਦਿਵਿਆ ਜਾਤੀਆਂ ਦੇ ਕਿਸੇ ਵੀ ਵਿਅਕਤੀ ਨੂੰ ਗਾਲੀ ਗਲੋਚ ਕਰੇ ਜਾਂ ਉਸ ਉਤੇ ਸਰੀਰਕ ਹਮਲਾ ਕਰੇ ਤਾਂ ਉਸ ਦਾ ਸੰਬੰਧਿਤ ਅੰਗ ਕੱਟ ਦਿਓ। ਜੇ ਸ਼ੂਦਰ ਚੋਰੀ ਛਿਪੇ ਵੇਦਾਂ ਦਾ ਉਚਾਰਨ ਸਰਵਣ ਕਰੇ ਤਾਂ ਉਸਦੇ ਕੰਨਾਂ ਵਿੱਚ ਪਿੰਗਲੀ ਹੋਈ ਲਾਖ ਜਾਂ ਸਿੱਕਾ ਪਾ ਦਿੱਤਾ ਜਾਵੇ। ਜੇ ਉਹ ਵੇਦਾਂ ਦਾ ਉਚਾਰਨ ਕਰੇ ਤਾਂ ਉਸਦੀ ਜੀਭ ਕੱਟ ਦਿੱਤੀ ਜਾਵੇ। ਜੇ ਉਹ ਵੈਦਿਕ ਭਜਨਾਂ ਨੂੰ ਜ਼ੁਬਾਨੀ ਯਾਦ ਕਰ ਲਵੇ
ਤਾਂ ਉਸਦੇ ਸਰੀਰ ਦੇ ਟੁਕੜੇ ਕਰ ਦਿੱਤੇ ਜਾਣ। ਮਨੂ ਨੇ ਇਦੋਂ ਵੀ ਅਗਾਹ ਨਿਰਧਾਰਿਤ ਕਰ ਦਿੱਤਾ ਕਿ ਜੋ ਸ਼ੂਦਰ ਅਭਿਆਨ ਪੂਰਕ ਬ੍ਰਾਹਮਣ ਨੂੰ ਧਰਮ ਉਪਦੇਸ਼ ਦੇਵੇ ਤਾਂ ਰਾਜਾ ਉਸਦੇ ਮੂੰਹ ਅਤੇ ਕੰਨਾਂ ਵਿੱਚ ਗਰਮ ਤੇਲ ਪਵਾ ਦੇਵੇ। ਸਵਾਮੀ ਧਰਮ ਤੀਰਥ ਨੇ ਬੜਾ ਬੇਝਿਜਕ ਹੋ ਕੇ ਇਸ ਸਥਿਤੀ ਦਾ ਨਿਚੋੜ ਪੇਸ਼ ਕੀਤਾ ਹੈ। ਕਿਸੇ ਵੀ ਸਮਰਾਜੀ ਤਾਕਤ ਨੇ ਕਦੇ ਵੀ ਕਮਜ਼ੋਰ ਲੋਕਾਂ ਉੱਪਰ ਇੰਨਾ ਨਿਰਦਈ ਅਤੇ ਆਤਮਾ ਵਿਨਾਸ਼ੀ ਗਲਬਾ ਸਥਾਪਿਤ ਨਹੀਂ ਕੀਤਾ ਜਿੰਨਾ ਬ੍ਰਾਹਮਣਾਂ ਨੇ ਹੋਰਨਾਂ ਹਿੰਦੂਆਂ ਉੱਪਰ ਕੀਤਾ ਹੈ, ਅਤੇ ਨਾ ਹੀ ਇਹਨਾਂ ਵਾਂਗ ਸ੍ਰੇਸ਼ਟ ਮਨੁੱਖਾਂ ਦੀ ਕਿਸੇ ਜਾਤੀ ਨੇ ਕਦੇ ਇੰਨੀ ਹੰਕਾਰ ਭਰੀ ਸਰਵਉੱਚਤਾ ਅਤੇ ਝੂਠੀ ਮਹਾਨਤਾ ਦਾ ਹੱਕ ਜਮਾਇਆ ਹੈ। ਇਹ ਜਾਣਨ ਲਈ ਕੋਈ ਤੁਰੰਦਰ ਵਿਦਵਾਨ ਹੋਣ ਦੀ ਲੋੜ ਨਹੀਂ ਹੈ ਕਿ ਕਿਸੇ ਵੀ ਸਮਾਜ ਵਿੱਚ ਅਜਿਹਾ ਦਮਨ ਅਤੇ ਹੱਤਿਆਚਾਰ ਸਦਾ ਲਈ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਾਰਾ ਜੱਗ ਜਾਣਦਾ ਹੈ ਕਿ ਮਹਾਤਮਾ ਬੁੱਧ ਨੇ ਆਪਣੇ ਜ਼ੁਲਮ ਨੂੰ ਸਫਲਤਾਪੂਰਵਕ ਵੰਗਾਰਿਆ ਸੀ। ਇਸ ਲਈ ਬ੍ਰਾਹਮਣਵਾਦ ਨੇ ਆਪਣਾ ਗਲਬਾ ਸੁਰੱਖਿਅਤ ਕਾਇਮ ਰੱਖਣ ਹਿੱਤ ਨਕਲੀ ਅਧਿਆਤਮਕ ਅਤੇ ਦੁਨਿਆਵੀ ਹੱਥਕੰਡੇ ਅਪਣਾਉਣ ਲਈ ਬੇਹੱਦ ਤਰਦਦ ਕੀਤਾ। ਜਾਤ ਵੰਡ ਨੂੰ ਬੜੇ ਜ਼ੋਰ ਸ਼ੋਰ ਨਾਲ ਰੱਬ ਦੀ ਰਜ਼ਾ ਵਜੋਂ ਪ੍ਰਚਾਰਿਆ ਗਿਆ ਅਤੇ ਇਸ ਨੂੰ ਕਰਮ ਦੇ ਸਰਬ ਸਮਰੱਥ ਸੰਕਲਪ ਰਾਹੀਂ ਜ਼ੋਰਦਾਰ ਮਜ਼ਬੂਤੀ ਪ੍ਰਦਾਨ ਕੀਤੀ ਗਈ। ਸ਼ੂਦਰ ਨੂੰ ਇਹ ਜਚਾਇਆ ਗਿਆ ਕਿ ਉਸ ਦੀ ਸਦੀਵੀ ਜ਼ਲਾਲਤ ਭਰੀ ਗੁਲਾਮੀ ਰੱਬੀ ਰਜ਼ਾ ਅਨੁਸਾਰ ਸੀ ਅਤੇ ਕੇਵਲ ਉਸਦੇ ਆਪਣੇ ਪੂਰਬਲੇ ਕਰਮਾਂ ਦਾ ਸਿੱਟਾ ਸੀ। ਆਪਣੀ ਜਾਤ ਦੇ ਭਾਗਾਂ ਵਿੱਚ ਲਿਖੇ ਫਰਜ਼ਾਂ ਨੂੰ ਨਿਭਾਉਂਦਿਆਂ ਜਿੰਨੀ ਪ੍ਰਸੰਨਤਾ ਨਾਲ ਉਹ ਇਸ ਰੱਬੀ ਰਜ਼ਾ ਨੂੰ ਮੰਨੇਗਾ, ਇਸ ਉੱਤੇ ਹੀ ਉਸਦੀ ਮੁਕਤੀ ਪ੍ਰਾਪਤ ਨਿਰਭਰ ਕਰੇਗੀ। ਚੁੱਪਚਾਪ ਕਸ਼ਟ ਸਹਿਣਾ ਅਤੇ ਆਪਣੀ ਗੁਲਾਮੀ ਦੀਆਂ ਜੰਜੀਰਾਂ ਨੂੰ ਖੁਸ਼ੀ-ਖੁਸ਼ੀ ਚੁੱਕਣਾ ਹੀ ਉਸਦਾ ਇੱਕੋ ਇੱਕ ਧਾਰਮਿਕ ਫਰਜ਼ ਸੀ। ਵਿਸ਼ਾਲ ਜਨ ਸਮੂਹ ਦੀ ਕੀਮਤ ਤੇ ਕੁਝ ਕੁ ਲੋਕਾਂ ਦੀ ਐਸ਼ੋ ਇਸ਼ਰਤ ਲਈ ਉਸਾਰੇ ਗਏ ਸਮਾਜ ਨੂੰ ਮਹਿਜ਼ ਜਾਲੀ ਅਧਿਆਤਮਕ ਹੱਥਕੰਡਿਆਂ ਨਾਲ ਹੀ ਨਹੀਂ ਸੀ ਦਬਾਈ ਰੱਖਿਆ ਜਾ ਸਕਦਾ। ਇਸ ਲਈ ਹੋਰ ਚੌਕਸੀ ਹਿੱਤ ਕਈ ਦੁਨਿਆਵੀ ਹੱਥਕੰਡੇ ਵੀ ਅਮਲ ਵਿੱਚ ਲਿਆਂਦੇ ਗਏ। ਧਾਰਮਿਕ ਜ਼ਾਬਤੇ ਦੀ ਟੁੱਚਰ ਹੇਠ ਸ਼ੂਦਰ ਵੱਲੋਂ ਹਥਿਆਰਾਂ ਦੇ ਪ੍ਰਯੋਗ ਅਤੇ ਜੰਗੀ ਹੁਨਰ ਸਿੱਖਣ ਤੇ ਵੀ ਪਾਬੰਦੀ ਲਾਈ ਗਈ। ਮੁਕੰਮਲ ਤੌਰ ਉਤੇ ਨਿਹੱਥੇ ਲੋਕਾਂ ਨੂੰ ਹੀ ਅਜਿਹੀ ਜ਼ਲਾਲਤ ਦੇ ਵਿੱਚ ਵੀ ਸੰਤੁਸ਼ਟੀ ਮਹਿਸੂਸ ਕਰਨ ਲਈ ਮਜਬੂਰ ਕੀਤਾ ਗਿਆ। ਆਪਣੀ ਇਸ ਮਨਸ਼ਾ ਦੀ ਯਕੀਨੀ ਪੂਰਤੀ ਹਿੱਤ ਸਭ ਤੋਂ ਸੱਭਿਅਕ ਅਖਵਾਉਣ ਵਾਲਾ ਬ੍ਰਾਹਮਣ ਨੀਚਤਾ ਦੀ ਜਿਸ ਹੱਦ ਤੱਕ ਗਿਆ, ਇਹ ਮਹਾਭਾਰਤ ਦੇ ਇੱਕ ਗਿਆਨ ਵਧਾਓ ਬਿਰਤਾਂਤ ਰਾਹੀਂ ਬਿਹਤਰ ਸਮਝੀ ਜਾ ਸਕਦੀ ਹੈ। ਇਹ ਦੁਖਾਂਤਕ ਕਿੱਸਾ ਇੱਕ ਗੁਣਵਾਨ ਪਰ ਸਾਦਾ ਸੁਭਾਅ ਦਲਿਤ ਨੌਜਵਾਨ ਏਕਲਵਯ ਦਾ ਜੋ ਸੈਨਿਕ ਰੁਚੀਆਂ ਦਾ ਮਾਲਕ ਸੀ। ਉਹ ਜੰਗੀ ਕਲਾਬਾਜ਼ੀ ਵਿੱਚ ਨਿਪੁੰਨਤਾ ਹਾਸਲ ਕਰਨ ਅਤੇ ਸ਼ਸਤਰਾਂ ਦੇ ਪ੍ਰਯੋਗ ਵਿੱਚ ਮੁਹਾਰਤ ਪ੍ਰਾਪਤ ਕਰਨ ਲਈ ਤਰਸਦਾ ਰਿਹਾ, ਪਰ ਕੋਈ ਵੀ ਉਸਤਾਦ ਉਸ ਨੂੰ ਸਿਖਤ ਕਰਨ ਲਈ ਤਿਆਰ ਨਹੀਂ ਸੀ। ਸਭ ਤੋਂ ਵੱਧ ਵਿਦਵਾਨ ਬ੍ਰਾਹਮਣ ਦਰੋਣਾਚਾਰਿਆ, ਜੋ ਕੌਰਵ ਅਤੇ ਪਾਂਡਵ ਰਾਜਕੁਮਾਰਾਂ ਦਾ ਸਾਂਝਾ ਉਸਤਾਦ ਸੀ, ਨੇ ਬੜੀ ਘ੍ਰਿਣਾਪੂਰਕ ਉਸ ਨੂੰ ਆਪਣਾ ਸ਼ਿਸ਼ ਬਣਾਉਣੋਂ ਇਨਕਾਰ ਕਰ ਦਿੱਤਾ। ਕੋਈ ਵੀ ਹਤਕ ਭਰਪੂਰ ਇਨਕਾਰ ਏਕਲਵਯ ਨੂੰ ਨਿਰਉਤਸ਼ਾਹਿਤ ਨਾ ਕਰ ਸਕਿਆ। ਉਹ ਸ਼ਾਂਤ ਵਾਤਾਵਰਣ ਵਿੱਚ ਸਿਮਰਨ ਕਰਨ, ਆਪਣੇ ਆਪ ਨੂੰ ਸਿੱਖਿਅਤ ਕਰਨ ਅਤੇ ਅਭਿਆਸ ਹੈਤੂ ਜੰਗਲਾਂ ਵਿੱਚ ਚਲਾ ਗਿਆ। ਛੇਤੀ ਹੀ ਇਹ ਜੱਗ ਜ਼ਾਹਿਰ ਹੋ ਗਿਆ ਕਿ ਉਹ ਏਕਲਵਯ ਜੰਗੀ ਕਲਾ ਵਿੱਚ ਤਜਰਬੇਕਾਰ ਰਿਸ਼ੀ ਦਰੋਣਾਚਾਰਿਆ ਵੱਲੋਂ ਬੜੀ ਮੁਸ਼ੱਕਤ ਨਾਲ ਸਿੱਖਿਅਤ ਕੀਤੇ ਸਾਰੇ ਰਾਜਕੁਮਾਰਾਂ ਨਾਲੋਂ ਵੱਧ ਨਿਪੁੰਨ ਹੋ ਗਿਆ ਸੀ। ਭੈਭੀਤ ਹੋਏ ਬ੍ਰਾਹਮਣ ਨੇ ਏਕਲਵਯ ਨੂੰ ਆਪਣੇ ਕੋਲ ਪੇਸ਼ ਹੋਣ ਲਈ ਸੱਦ ਭੇਜਿਆ ਅਤੇ ਆਪਣੇ ਅੰਦਰਲੀ ਖਲਬਲੀ ਦੇ ਆਵੇਸ਼ ਵਿੱਚ ਉਸ ਤੋਂ ਜਬਰੀ ਇਹ ਕਬੂਲ ਕਰਾਇਆ ਕਿ ਉਸ ਦੀ ਘਾਲਣਾ ਸਫਲ ਹੋਣ ਦਾ ਕਾਰਨ ਦੁਰਕਾਰੇ ਜਾਣ ਦੇ ਬਾਵਜੂਦ ਵੀ ਉਸ ਵੱਲੋਂ ਮਾਨਸਿਕ ਤੌਰ ਉਤੇ ਦਰੋਣਾਚਾਰਿਆ ਨੂੰ ਆਪਣਾ ਗੁਰੂ ਮੰਨਣਾ ਸੀ। ਉਸ ਨੂੰ ਇਸ ਝੂਠ ਨਾਲ ਸਹਿਮਤ ਕਰ ਲੈਣ ਮਗਰੋਂ ਝਟਪਟ ਉਸ ਦਰੋਣਾਚਾਰਿਆ ਨੇ ਆਪਣੀ ਮਿਹਨਤ ਬਦਲੇ ਗੁਰਦਕਸ਼ਣਾ ਦੀ ਮੰਗ ਕੀਤੀ, ਜਿਸ ਲਈ ਏਕਲਵਯ ਇਸ ਉਮੀਦ ਨਾਲ ਤੁਰੰਤ ਰਾਜ਼ੀ ਹੋ ਗਿਆ ਕਿ ਸ਼ਾਇਦ ਉਹ ਅਜੇ ਵੀ ਸ਼ਿਸ਼ ਵਜੋਂ ਅਪਣਾ ਲਿਆ ਜਾਵੇਗਾ। ਇਹ ਜਬਰੀ ਵਚਨ ਲੈਣ ਉਪਰੰਤ ਉਸਦੇ ਸੱਜੇ ਹੱਥ ਦਾ ਅੰਗੂਠਾ ਕੱਟ ਕੇ ਗੁਰਦਕਸ਼ਣਾ ਲਈ ਗਈ ਅਤੇ ਇਉਂ ਉਸ ਨੂੰ ਨਕਾਰਾ ਕਰਕੇ ਹਮੇਸ਼ਾ ਲਈ ਸ਼ਸਤਰਾਂ ਦਾ ਪ੍ਰਯੋਗ ਕਰਨ ਤੋਂ ਅਸਮਰੱਥ ਕਰ ਦਿੱਤਾ ਗਿਆ। ਯਕੀਨਨ ਤੌਰ ਉਤੇ ਇਹ ਰਾਜਕੁਮਾਰ ਅਤੇ ਰਿਸ਼ੀ ਦੇ ਹਿੱਤ ਵਿੱਚ ਪੂਰੀ ਸੋਚ ਵਿਚਾਰ ਉਪਰੰਤ ਇਕੱਠੇ ਹੋ ਕੇ ਇੱਕ ਦਲਿਤ ਨੂੰ ਸ਼ਸਤਰ ਪ੍ਰਯੋਗ ਵਿੱਚ ਨਿਪੁੰਨਤਾ ਹਾਸਲ ਕਰਕੇ ਰਾਸੀ ਤੌਰ ਉਤੇ ਤਾਕਤਵਰ ਹੋਣ ਤੋਂ ਰੋਕੀ ਰੱਖਣ ਲਈ ਰਚੀ ਗਈ ਪ੍ਰਤੱਖ ਸਾਜ਼ਿਸ਼ ਸੀ। ਇਸੇ ਮੁਕਾਬਲੇ ਉਤੇ ਨੀਲੇ ਘੋੜੇ ਦੇ ਸ਼ਾਹ ਅਸਵਾਰ ਨੇ ਐਲਾਨ ਹੀ ਕੀਤਾ ਸੀ ਕਿ ਉਸ ਦੀ ਗੁਰਤਾ ਦਾ ਮੁੱਖ ਮੰਤਵ ਨੀਵੇਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਧਾਰਮਿਕ ਉਮਾਦ
ਜਲੋ ਅਤੇ ਰਾਜਸੀ ਤਾਕਤ ਦਾ ਨਿੱਘ ਮੁਹੱਈਆ ਕਰਵਾਉਣਾ ਹੋਵੇਗਾ। ਚਮਕੌਰ ਸਾਹਿਬ ਵਿਖੇ ਇਸ ਪਰਮ ਸ਼ਰਧਾਲੂ ਸ਼ਹਿਨशाह ਨੇ ਆਪਣੇ ਹੱਥੀ ਆਪਣੀ ਕਲਗੀ ਉਤਾਰ ਕੇ ਬੜੇ ਪਿਆਰ ਨਾਲ ਸ੍ਰੇਸ਼ਟ ਗੁਣੀ ਭਾਈ ਸੰਗਤ ਸਿੰਘ ਅਜੋਗੀ ਭਾਸ਼ਾ ਵਿੱਚ ਇੱਕ ਦਲਿਤ ਸਿੱਖ ਦੀ ਦਸਤਾਰ ਤੇ ਸਜਾ ਦਿੱਤੀ। ਸਿੱਖ ਧਰਮ ਦਾ ਬਰੀਕੀ ਪੂਰਕ ਅਧਿਐਨ ਕੀਤਾ ਜਾਵੇ ਤਾਂ ਸਿੱਖ ਧਰਮ ਜਾਤ ਵੰਡ ਨੂੰ ਉਤਸ਼ਾਹਿਤ ਕਰਨ ਵਾਲੇ ਬ੍ਰਾਹਮਣਵਾਦ ਦੇ ਪ੍ਰਤੱਖ ਵਿਰੋਧੀ ਸਿਧਾਂਤ ਵਜੋਂ ਪ੍ਰਗਟ ਹੋਏਗਾ। ਗੁਰੂ ਸਾਹਿਬਾਨਾਂ ਨੇ ਆਪਣਾ ਉਪਦੇਸ਼ ਇਸ ਮੁੱਢਲੇ ਤਰਕ ਦੇ ਆਧਾਰ ਉੱਤੇ ਆਰੰਭਿਆ ਸੀ ਕਿ ਹਰ ਰਾਜਸੀ ਤਾਕਤ ਦਾ ਅਸਲ ਸਰੋਤ ਲੋਕ ਹੀ ਹਨ ਅਤੇ ਉਹਨਾਂ ਨੂੰ ਬੇਰੋਕ ਰੂਹਾਨੀ ਅਤੇ ਪਦਾਰਥਕ ਖੁਸ਼ਹਾਲੀ ਦੇ ਵਿਕਾਸ ਦਾ ਜਮਾਂਦਰੂ ਹੱਕ ਹੈ। ਉਹਨਾਂ ਦੇ ਨਜ਼ਰੀਏ ਅਤੇ ਅਨੁਭਵ ਵਿੱਚ ਸਮਾਜ ਦੀਆਂ ਸਭ ਕੁਰੀਤੀਆਂ ਦੇ ਫੈਲਣ ਦਾ ਕਾਰਨ ਇਸ ਸਿਧਾਂਤ ਨੂੰ ਮੰਨਣ ਤੋਂ ਇਨਕਾਰੀ ਹੋਣਾ ਹੈ ਅਤੇ ਕੇਵਲ ਇਸ ਵਿਚਾਰ ਨੂੰ ਤਸਲੀਮ ਕੀਤਿਆਂ ਹੀ ਪੂਰਾ ਸੰਸਾਰ ਖੁਸ਼ਹਾਲ ਹੋਵੇਗਾ। ਗੁਰੂ ਸਾਹਿਬਾਨ ਦੇ ਉਪਰੋਕਤ ਦਾਅਵੇ ਦੀ ਜੇ ਦਿਆਨਤਦਾਰੀ ਨਾਲ ਸਰਬਪੱਖੀ ਵਿਆਖਿਆ ਬਿਆਨ ਕਰੀਏ ਤਾਂ ਉਹ ਕੁਝ ਇਉਂ ਹੋਵੇਗੀ। ਲੋਕਾਂ ਦੀ ਮੁਕੰਮਲ ਬਰਾਬਰਤਾ ਤੇ ਭਲਾਈ ਜੋ ਅਸੀਮ ਰੂਹਾਨੀ ਵਿਕਾਸ ਲਈ ਤਾਕਤ ਮੁਹੱਈਆ ਕਰਦੀ ਹੋਵੇ ਹੀ ਉਹ ਕੇਂਦਰੀ ਵਿਚਾਰ ਹਨ ਜਿਨ੍ਹਾਂ ਦੁਆਲੇ ਸਮਾਜ ਦੀ ਨਵ ਉਸਾਰੀ ਕੀਤੀ ਜਾਣੀ ਲਾਜ਼ਮੀ ਹੈ। ਜਾਤ ਪ੍ਰਥਾ ਖਿਲਾਫ ਸਖਤ ਜੰਗ ਲੋੜੀਂਦੀ ਹੈ। ਇਹ ਬਿਹਤਰ ਹੋਵੇਗਾ ਜੇ ਇਹ ਜੰਗ ਇਸ ਧਰਤੀ ਦੇ ਪੀੜਤਾਂ ਵੱਲੋਂ ਆਪਣੇ ਅੰਦਰ ਦ੍ਰਿੜ ਨਿਸ਼ਚਾ ਧਾਰ ਕੇ ਅਤੇ ਨਾ ਹੀ ਆਪਣੇ ਵੱਲੋਂ ਉਠਾਏ ਜਾਣ ਵਾਲੇ ਜ਼ੋਖਮ ਜੋ ਸ਼ਲਾਘਾਯੋਗ ਹੋਵੇਗਾ ਨੂੰ ਰੱਬੀ ਆਦੇਸ਼ ਮੰਨ ਕੇ ਖੁਦ ਲੜੀ ਜਾਵੇ। ਆਖਰਕਾਰ ਮੁਕੰਮਲ ਹਥਿਆਰਬੰਦ ਰੂਹਾਨੀ ਤੌਰ ਉਤੇ ਤੇ ਸੁਤੰਤਰ ਜਾਤੀ ਪਾਤੀ ਸਮਾਜ ਤੋਂ ਅਲੱਗਾ ਖਾਲਸਾ ਅਵਸ਼ ਸਾਜਿਆ ਜਾਣਾ ਚਾਹੀਦਾ ਹੈ ਜੋ ਹਰ ਤਰ੍ਹਾਂ ਦੇ ਅਨਿਆਏ ਅਤੇ ਧੱਕੇਸ਼ਾਹੀ ਵਿਰੁੱਧ ਜੰਗ ਦੀ ਅਗਵਾਈ ਕਰੇ। ਅਜਿਹੇ ਖਾਲਸੇ ਲਈ ਸਰਬੱਤ ਦੇ ਭਲੇ ਹਿੱਤ ਰਾਜਸੀ ਤਾਕਤ ਪ੍ਰਾਪਤ ਕਰਨੀ ਲਾਜ਼ਮੀ ਹੈ। ਉਪਰੋਕਤ ਮਿਸ਼ਨ ਅਤੇ ਹੋਰ ਬੇਹੱਦ ਠੋਸ ਦਾਰਸ਼ਨਿਕ ਕਾਰਨਾਂ ਕਰਕੇ ਗੁਰੂ ਸਾਹਿਬਾਨ ਨੇ ਹੁਕਮ ਕੀਤਾ ਸੀ ਕਿ ਉਹਨਾਂ ਦਾ ਖਾਲਸਾ ਹਮੇਸ਼ਾ ਹਥਿਆਰਬੰਦ ਰਹੇਗਾ। ਸਪਸ਼ਟ ਰੂਪ ਵਿੱਚ ਅਹਿੰਸਾ ਦਾ ਸੰਕਲਪ ਆਪਣੇ ਅੰਤਰੀਵ ਤਰਕ ਦੇ ਬਲਬੂਤੇ ਕੋਈ ਵੀ ਜਿੱਤ ਪ੍ਰਾਪਤ ਕਰਨੋਂ ਅਸਮਰੱਥ ਹੈ। ਖੁਸ਼ਕਿਸਮਤੀ ਵਸ 10ਵੇਂ ਗੁਰੂ ਦੀ ਇਸ ਸਿਖਰਲੀ ਤਜਵੀਜ਼ ਸੰਬੰਧੀ ਪੂਰੀ ਜਾਂਚ ਪਰਖ ਉਪਰੰਤ ਹਿੰਦੂਆਂ ਦੇ ਹੁੰਗਾਰੇ ਪ੍ਰਤੀਕਿਰਿਆ ਦਾ ਲਿਖਤੀ ਬਿਰਤਾਂਤ ਉਪਲਬਧ ਹੈ। ਕਿਰਪਾ ਰਾਮਦੱਤ ਜੋ ਪ੍ਰਸਿੱਧ ਹਿੰਦੂ ਤੀਰਥਾਂ ਦੇ ਕੇਂਦਰ ਮਠਾਂ ਦਾ ਪ੍ਰਭਾਵਸ਼ਾਲੀ ਬ੍ਰਾਹਮਣ ਸੀ ਨੇ 9ਵੇਂ ਗੁਰੂ ਦੀ ਅਦਾਲਤ ਵਿੱਚ ਕਸ਼ਮੀਰੀ ਪੰਡਤਾਂ ਦੀ ਵਫਦ ਦੀ ਅਗਵਾਈ ਕੀਤੀ ਸੀ ਅਤੇ ਗੁਰੂ ਤੇਗ ਬਹਾਦਰ ਦੀ ਤਰਤ ਕੰਬਾਊ ਸ਼ਹਾਦਤ ਮਗਰੋਂ 10ਵੇਂ ਗੁਰੂ ਦੇ ਨਾਲ ਹੀ ਰਿਹਾ ਸੀ। ਜਾਪਦਾ ਹੈ ਕਿ ਉਸਨੇ ਖਾਲਸੇ ਦੀ ਸਿਰਜਣਾ ਅਤੇ ਖਾਸ ਤੌਰ ਉਤੇ ਖਾਲਸੇ ਵੱਲੋਂ ਹਥਿਆਰਾਂ ਦੀ ਵਰਤੋਂ ਸੰਬੰਧੀ ਹਿੰਦੂ ਭਾਰਤ ਦੀ ਸਹਿਮਤੀ ਜਤਾਉਣ ਹਿੱਤ ਪਹਿਲ ਕਦਮੀ ਕੀਤੀ ਸੀ। ਅਨੰਦਪੁਰ ਸਾਹਿਬ ਨੇੜੇ ਨੈਣਾ ਦੇਵੀ ਵਿਖੇ ਹਿੰਦੂ ਵਿਚਾਰਧਾਰਾ ਦੇ ਪ੍ਰਤੀਨਿਧ ਨੇਤਾਵਾਂ ਦਾ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਉਪਰੋਕਤ ਦੋਹਾਂ ਤਜਵੀਜ਼ਾਂ ਦੇ ਸਮਰਥਨ ਵਿੱਚ ਸਰਬਸੰਮਤੀ ਪ੍ਰਗਟਾਈ ਗਈ। ਇਹਨਾਂ ਫੈਸਲਿਆਂ ਦਾ ਐਲਾਨ ਕਰਨ ਲਈ ਜਨ ਸੰਪਰਕ ਦਾ ਸਭ ਤੋਂ ਕਾਰਗਰ ਤਰੀਕਾ ਅਪਣਾਇਆ ਗਿਆ ਅਤੇ ਭਾਵੇਂ ਕਈ ਇਸ ਨੂੰ ਵਿਚਾਲੇ ਹੀ ਛੱਡ ਗਏ ਪਰ ਵਚਨਬੱਧ ਅਤੇ ਦ੍ਰਿੜ ਇਰਾਦੇ ਵਾਲਿਆਂ ਨੇ ਇਸ ਨੂੰ ਸਮਾਪਤੀ ਤੱਕ ਹੀ ਜਾਰੀ ਰੱਖਿਆ। ਆਖਰੀ ਦਿਨ ਹਵਨ ਕੁੰਡ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਚਲਣਸ਼ੀਲ ਸਮੱਗਰੀ ਪਾ ਕੇ ਬਹੁਤ ਉੱਚੇ ਭਾਂਬੜ ਮਚਾਏ ਗਏ। ਅਖਰੀ ਕੀਲੇ ਹੋਏ ਸਰੋਤਿਆਂ ਨੂੰ ਇਹ ਸੂਚਨਾ ਦੇ ਦਿੱਤੀ ਗਈ ਕਿ ਚੰਡੀ ਦੇਵੀ ਪ੍ਰਗਟ ਹੋ ਗਈ ਹੈ ਅਤੇ ਉਸਨੇ ਸੰਕੇਤ ਵਜੋਂ ਆਪਣੀ ਤਲਵਾਰ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਸੌਂਪ ਕੇ ਲੋਕਾਂ ਵੱਲੋਂ ਹਥਿਆਰਾਂ ਦੀ ਵਰਤੋਂ ਸੰਬੰਧੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਹਿੰਦੂ ਭਾਰਤ ਨੂੰ ਇਹ ਜਚਾਉਣ ਲਈ ਕਿ ਖਾਲਸਾ ਵਰਤਮਾਨ ਯੁੱਗ ਵਿੱਚ ਬੁਰਾਈ ਦੇ ਖਾਤਮੇ ਲਈ ਪ੍ਰਗਟ ਹੋਇਆ ਅਵਤਾਰ ਹੈ, ਇਸ ਕਾਰਵਾਈ ਨੂੰ ਕਾਫੀ ਸਮਝਿਆ ਗਿਆ। ਮਾਣਯੋਗ ਕਿਰਪਾ ਰਾਮ ਨੇ ਖੁਦ ਖੰਡੇ ਦੀ ਪਹੁਲ ਚੱਕੀ, ਅੰਮ੍ਰਿਤ ਛਕਿਆ, ਕਿਰਪਾ ਸਿੰਘ ਬਣਿਆ ਅਤੇ ਬੜੀ ਸ਼ਾਨ ਨਾਲ ਗੁਰੂ ਦੀ ਖਾਤਰ ਲੜਦਾ ਹੋਇਆ ਚਮਕੌਰ ਵਿਖੇ ਸ਼ਹੀਦ ਹੋਇਆ। ਅਜਿਹਾ ਨਜ਼ਰੀਆ ਹਿੰਦੁਸਤਾਨ ਦੀ ਆਜ਼ਾਦੀ ਦੇ ਮੌਕੇ ਤੱਕ ਜਿਉਂਦਾ ਤਿਉਂ ਕਾਇਮ ਰਿਹਾ ਕਿਉਂਕਿ ਸੁਹਿਰਦ ਸੋਚਵਾਨਾਂ ਦਾ ਇੱਕ ਬਹੁ ਗਿਣਤੀ ਵਰਗ ਇਸ ਭਰਮ ਵਿੱਚ ਸੀ ਕਿ ਉਹ ਸੱਚਮੁੱਚ ਹੀ ਇੱਕ ਅਸਲ ਨਵੀਨ ਲੋਕਤੰਤਰਿਕ ਸਮਾਜ ਦੀ ਉਸਾਰੀ ਦੇ ਪ੍ਰਵੇਸ਼ ਦੁਆਰ ਤੇ ਖੜੇ ਹਨ ਜਿਸ ਵਿੱਚ ਪੁਰਾਤਨ ਕੁਰੀਤੀਆਂ ਖਾਸ ਕਰਕੇ ਜਾਤ ਪ੍ਰਥਾ ਜਿਉਂਦੀ ਨਹੀਂ ਰਹਿ ਸਕੇਗੀ। ਇਸ ਭਾਵਨਾ ਦੇ ਫਲਸਰੂਪ ਹੀ ਸਿੱਖਾਂ ਦੀ ਕਿਰਪਾ ਨੂੰ ਘੂਰਿਆ ਨਾ ਗਿਆ ਬਲਕਿ ਸਰ ਤੇਜ ਬਹਾਦਰ ਸਪਰੂ ਕਮੇਟੀ ਨੇ ਤਾਂ ਸੰਵਿਧਾਨ ਸਭਾ ਨੂੰ ਇੱਥੋਂ ਤੱਕ ਸਿਫਾਰਿਸ਼ ਕੀਤੀ ਕਿ ਸਿੱਖਾਂ ਦੇ ਕਿਰਪਾਨ ਪਹਿਨਣ ਦੇ ਹੱਕ ਨੂੰ ਹਰ ਹਾਲਤ ਵਿੱਚ
ਮਹਿਜ਼ ਇੱਕ ਰੀਤੀ ਦੀ ਬਜਾਏ ਸਿੱਖ ਮਤ ਦੀ ਜੀਵਨ ਜਾਂਚ ਦੇ ਹਿੱਸੇ ਵਜੋਂ ਮਾਨਤਾ ਦਿੱਤੀ ਜਾਵੇ। ਇਸ ਲਈ ਸੰਬੰਧਿਤ ਸੰਵਿਧਾਨਿਕ ਮੱਦ ਵਿੱਚ ਇਹ ਦਰਜ ਕੀਤਾ ਗਿਆ ਸੀ ਕਿ ਕਿਰਪਾਨ ਪਹਿਨਣ ਅਤੇ ਨਾਲ ਲੈ ਕੇ ਚੱਲਣ ਫਿਰਨ ਨੂੰ ਸਿੱਖ ਧਰਮ ਦੀ ਜੀਵਨ ਜਾਂਚ ਵਿੱਚ ਸ਼ਾਮਿਲ ਮੰਨਿਆ ਜਾਵੇ। ਨੈਣਾ ਦੇਵੀ ਵਾਲੇ ਘਟਨਾਕ੍ਰਮ ਵਿੱਚੋਂ ਅਲਹਿਦਾ ਹੋਏ ਧੜੇ ਦੀ ਵਿਰੋਧਤਾ ਤੋਂ ਵੀ ਸਭ ਜਾਣੂ ਹਨ। ਇਸ ਵਿਰੋਧ ਨੂੰ ਪਹਾੜੀ ਰਾਜਿਆਂ ਨੇ ਅੰਜਾਮ ਦਿੱਤਾ, ਜਿਨ੍ਹਾਂ ਨੇ ਨੌਜਵਾਨ ਗੁਰੂ ਅਤੇ ਉਹਨਾਂ ਵੱਲੋਂ ਸੱਜਰੇ ਸਾਜੇ ਗਏ ਖਾਲਸਾ ਪੰਥ ਦੇ ਖਾਤਮੇ ਲਈ ਅਸਲ ਯਤਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਇਹ ਇਸ ਧਾਰਨਾ ਨਾਲ ਹੀ ਚਿੰਬੜੇ ਰਹੇ ਕਿ ਜਾਤ ਪਾਤੀ ਸਮਾਜ ਹਿੰਦੁਸਤਾਨ ਲਈ ਬਿਹਤਰੀਨ ਸੀ ਅਤੇ ਇਸ ਦੀ ਸਥਿਰਤਾ ਲਈ ਕੇਵਲ ਖਸ਼ਤਰੀਆਂ ਅਤੇ ਵਿਧੀਵਤ ਮਨਜ਼ੂਰਸ਼ੁਦਾ ਰਾਜਪੂਤਾਂ ਨੂੰ ਹੀ ਸ਼ਸਤਰ ਪ੍ਰਯੋਗ ਕਰਨ ਅਤੇ ਰਾਜਸੀ ਤਾਕਤ ਹਾਸਲ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਹ ਖਾਲਸੇ ਵੱਲੋਂ ਸ਼ਸਤਰ ਪ੍ਰਯੋਗ ਕਰਨ ਦੇ ਪ੍ਰਸਤਾਵ ਦੀ ਤਾਇਦ ਨਾ ਕਰ ਸਕੇ, ਕਿਉਂਕਿ ਇਸ ਨਾਲ ਅਵශ්‍ය ਹੀ ਦਬੇ ਕੁਚਲੇ ਲੋਕਾਂ ਨੂੰ ਪ੍ਰਭੂਤਾ ਦੇ ਅਧਿਕਾਰ ਪ੍ਰਾਪਤ ਹੋਣੇ ਸਨ ਅਤੇ ਇਸ ਦੇ ਨਤੀਜੇ ਵਜੋਂ ਵਰਣ ਆਸ਼ਰਮ ਧਰਮ ਨੇ ਮੁੱਦੇ ਮੂੰਹ ਢਹਿ ਪੈਣਾ ਸੀ। ਉਪਰੋਕਤ ਰੁਚੀ ਅਧੀਨ ਹੀ ਅੱਜਕੱਲ ਭਾਰਤ ਨੂੰ ਹਿੰਦੂ ਸਮਰਾਜ ਵਜੋਂ ਪੁਨਰ ਸੰਗਠਨ ਕਰਨ ਲਈ ਖਤਰਨਾਕ ਯਤਨ ਜਾਰੀ ਹਨ। ਰਾਜਸੀ ਲੀਡਰਸ਼ਿਪ ਦਾ ਚੌਕੀ ਗਿਣਤੀ ਵਿੱਚ ਇੱਕ ਵਰਗ ਖੁਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਅਜਿਹੇ ਸੰਕੇਤ ਦੇ ਚੁੱਕਾ ਹੈ। ਅਜਿਹਾ ਕੋਈ ਵੀ ਹਿੰਦੂ ਸਮਾਜ ਹੋਂਦ ਗ੍ਰਹਿਣ ਨਹੀਂ ਕਰ ਸਕਦਾ ਜੋ ਸ਼ਾਸਤਰਾਂ ਤੇ ਆਧਾਰਿਤ ਨਾ ਹੋਵੇ, ਕਿਉਂਕਿ ਹਿੰਦੂ ਸਮਾਜ ਨੇ ਪ੍ਰਤੱਖ ਰੂਪ ਵਿੱਚ ਕੱਟੜ ਬ੍ਰਾਹਮਣੀ ਵਿਚਾਰਧਾਰਾ ਨੂੰ ਆਪਣੇ ਮਤ ਦੇ ਪ੍ਰਮੁੱਖ ਜੀਵਨ ਦਰਸ਼ਨ ਵਜੋਂ ਅਪਣਾ ਰੱਖਿਆ ਹੈ। ਸਹੀ ਮਾਨਿਆਂ ਵਿੱਚ ਘੱਟ ਗਿਣਤੀ ਦੀ ਇੱਛਾ ਤੋਂ ਉਲਟ ਉਹਨਾਂ ਉੱਪਰ ਉਨੀ ਦੇਰ ਤੱਕ ਕਿਸੇ ਵੀ ਤਰ੍ਹਾਂ ਦਾ ਹਿੰਦੂ ਸਮਰਾਜ ਨਹੀਂ ਠੋਸਿਆ ਜਾ ਸਕਦਾ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਇਸ ਦੇ ਸਿੱਟਿਆਂ ਨੂੰ ਵੰਗਾਰਨ ਲਈ ਮੌਜੂਦ ਹੈ। ਉਦੋਂ ਤਾਈਂ ਕੋਈ ਵੀ ਅਜਿਹਾ ਮਨਸੂਬਾ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਦਾ ਜਦੋਂ ਤੱਕ ਸੁਹਿਰਦ ਸੋਚਣੀ ਵਾਲੇ ਲੋਕਾਂ ਦੀ ਲੋੜੀਂਦੀ ਗਿਣਤੀ ਯਥਾਯੋਗ ਹਥਿਆਰਬੰਦ ਹੈ। ਇਹ ਦੋਵੇਂ ਵਰਤਾਰੇ ਮਹਿਜ਼ ਮੌਕਾ ਮੇਲ ਨਹੀਂ ਹਨ ਕਿ ਹਥਿਆਰਾਂ ਵਿਰੁੱਧ ਆਮ ਪੱਧਰ ਤੇ ਅਤੇ ਪਿੰਡਰਾਂ ਵਾਲੇ ਦੀ ਸ਼ਮਸ਼ੀਰ ਵਿਰੁੱਧ ਖਾਸ ਤੌਰ ਉਤੇ ਨਫ਼ਰਤ ਦੀ ਵਿਸ਼ਾਲ ਲਹਿਰ ਅਤੇ ਹਿੰਦੂ ਸਮਰਾਜ ਦਾ ਸੰਕਲਪ ਨਾਲੋਂ ਨਾਲ ਉਭਰੇ ਹਨ। ਭਾਰਤੀ ਅਸਲਾ ਐਕਟ ਦੀਆਂ ਖੁੱਲੀਆਂ ਡੁੱਲੀਆਂ ਧਾਰਾਵਾਂ ਨੂੰ ਸੋਧਿਆ ਗਿਆ ਅਤੇ ਚਾਰ ਚਫੇਰੇ ਲੋਕਾਂ ਨੂੰ ਵਿਆਪਕ ਪੱਧਰ ਤੇ ਨਿਹੱਥੇ ਕਰਨ ਦਾ ਵੱਡਾ ਖਦਸ਼ਾ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਪੱਖੋਂ ਅੱਖਾਂ ਮੀਚੀ ਕੇ ਉਹ ਇਸ ਰਸਤੇ ਤੇ ਤੁਰਨ ਜਾ ਰਹੀ ਹੈ। ਅਗਿਆਨੀ ਹਿੰਦੂ ਜਨਤਾ ਬ੍ਰਾਹਮਣਵਾਦੀ ਹਿੰਦੂ ਸਲਤਨਤ ਦੀ ਪੁਨਰ ਸੁਰਜੀਤੀ ਦੀ ਅਭਿਲਾਸ਼ਾ ਕਰ ਰਹੀ ਹੈ। ਸਾਰੇ ਸੰਬੰਧਿਤ ਲੋਕ ਬੜੇ ਧਾਰਮਿਕ ਉਤਸ਼ਾਹ ਨਾਲ ਉਸ ਮਿਸ਼ਨ ਪ੍ਰਾਪਤੀ ਲਈ ਜੁਟੇ ਹੋਏ ਹਨ ਜੋ ਸਪਸ਼ਟ ਰੂਪ ਵਿੱਚ ਹਿੰਦੂ ਧਰਮ ਲਈ ਵੱਡਾ ਦੁਖਾਂਤ ਸਿੱਧ ਹੋਵੇਗੀ ਅਤੇ ਨਤੀਜੇ ਵਜੋਂ ਹੋਰਨਾਂ ਕੌਮਾਂ ਖਾਸ ਕਰਕੇ ਦਲਿਤਾਂ ਦੀ ਬਰਾਬਰੀ ਦਾ ਕਾਰਨ ਬਣੇਗੀ। ਇਸ ਦੇਸ਼ ਨੂੰ ਸਦੀਵੀ ਤੌਰ ਉਤੇ ਪਰਸਪਰ ਨਫ਼ਰਤ ਵਿੱਚੋਂ ਉਪਜੀ ਫੁੱਟ ਅਤੇ ਪਾਟੋ ਤਾੜ ਦੇ ਰਸਤਿਆਂ ਤੇ ਧੱਕਣ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਜਾਰੀ ਹਨ। ਹਿੰਦੂ ਸਮਾਜ ਬੜੇ ਚਾਅ ਨਾਲ ਆਪ ਦਾ ਪੂਰਾ ਤਾਣ ਲਾ ਕੇ ਆਪਣੇ ਹੀ ਸਰਵਨਾਸ਼ ਵੱਲ ਵਧ ਰਿਹਾ ਹੈ। ਇਸ ਸਾਰੀ ਸੰਭਾਵਨਾ ਦਾ ਤਸੱਵਰ ਕਰਨ ਲਈ ਕੋਈ ਬ੍ਰਹਮ ਗਿਆਨੀ ਹੋਣ ਦੀ ਲੋੜ ਨਹੀਂ ਹੈ। ਦਰਅਸਲ ਇਸੇ ਪ੍ਰਸੰਗ ਵਿੱਚ ਹੀ ਪਿੰਡਰਾਂ ਵਾਲੇ ਦੀ ਸ਼ਮਸ਼ੀਰ ਵੀ ਅੱਖ ਦੇ ਫੋੜੇ ਵਾਂਗ ਰੜਕ ਰਹੀ ਹੈ। ਇਸ ਦੇ ਖਾਤਮੇ ਲਈ ਖਾਹਿਸ਼ਮੰਦ ਅਤੇ ਖੁਦਗਰਜ਼ ਲੋਕਾਂ ਵੱਲੋਂ ਵਿਵੇਕਹੀਣਤਾ ਪੂਰਵਕ ਚੀਕ ਚਹਾੜਾ ਪਾਇਆ ਜਾ ਰਿਹਾ ਹੈ ਅਤੇ ਵਿਚਾਰਹੀਣ ਪ੍ਰੈਸ ਇਸ ਨੂੰ ਰਾਈ ਦਾ ਪਹਾੜ ਬਣਾਉਣ ਵਾਂਗ ਵਧਾ ਚੜਾ ਕੇ ਪੇਸ਼ ਕਰ ਰਹੀ ਹੈ। ਨਿਰਸੰਦੇਹ ਗੁਰੂ ਗੋਬਿੰਦ ਸਿੰਘ ਦੀ ਸ਼ਮਸ਼ੀਰ ਹੀ ਅਖੌਤੀ ਉੱਚ ਜਾਤਾਂ ਵੱਲੋਂ ਰਾਜਸੀ ਸੱਤਾ ਹੜੱਪਣ ਦੇ ਰਸਤੇ ਵਿੱਚ ਇੱਕੋ ਇੱਕ ਵੱਡਾ ਅੜਿੱਕਾ ਹੈ। ਸਭ ਸੋਚਵਾਨ ਮਨੁੱਖਾਂ ਨੂੰ ਇਸ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ ਅਤੇ ਇਸ ਦੇ ਕਾਇਮ ਰਹਿਣ ਦੀ ਲੋਚਾ ਕਰਨੀ ਚਾਹੀਦੀ ਹੈ। ਭਿੰਡਰਾਂ ਵਾਲੇ ਦੇ ਗਾਤਰੇ ਵਿਚਲੀ ਕਿਰਪਾਨ ਉਸਦੀ ਆਪਣੀ ਨਹੀਂ ਬਲਕਿ ਚਿੱਟੇ ਬਾਜਾਂ ਵਾਲੇ ਕਰੁਣਾ ਨਿਦਾਨ ਦੀ ਕਿਰਪਾਨ ਹੈ। ਗੁਰੂ ਗੋਬਿੰਦ ਸਿੰਘ ਦੀ ਸ਼ਮਸ਼ੀਰ ਅਤੇ ਨੇਜ਼ਾ ਦਬੇ ਕੁਚਲੇ ਲੋਕਾਂ ਦਾ ਓਟ ਆਸਰਾ ਹਨ। ਤਿਰਸਕਾਰੇ ਅਤੇ ਨੀਵੇਂ ਲੋਕਾਂ ਲਈ ਗੋਵਰਧਨ ਪਹਾੜ ਹਨ। ਗੁਰੂ ਦੀ ਛਤਰ ਛਾਇਆ ਅਧੀਨ ਇਹ ਸ਼ਸਤਰ ਕਰੁਣਾਮਈ ਰੂਪ ਵਿੱਚ ਪਰਮਾਤਮਾ ਦੇ ਤੇਜ ਪ੍ਰਤਾਪ ਪ੍ਰਤੀਕ ਦੇ ਪ੍ਰਤੀਕ ਹਨ। ਮਨੁੱਖਤਾ ਲਈ ਉਸ ਦੀ ਅਸੀਮ ਮਿਹਰ ਦੀਆਂ ਸਵਾਤੀ ਬੂੰਦਾਂ ਹਨ ਅਤੇ ਇਸ ਦੇ ਨਾਲ ਹੀ ਉਸਦੇ ਅਬਿਨਾਸ਼ੀ ਅਦਲਾ ਬਦਲੀ ਸੁਭਾਅ ਦਾ ਦ੍ਰਿੜ ਪ੍ਰਗਟਾਵਾ ਹਨ। ਸੰਤ ਭਿੰਡਰਾਂ ਵਾਲੇ ਵੱਲੋਂ
ਸ਼ਸਤਰਾਂ ਦੇ ਪ੍ਰਯੋਗ ਪ੍ਰਤੀ ਨਾਪੱਕੀ ਰਵੱਈਆ ਅਪਣਾਉਣਾ, ਜਿਸ ਦਾ ਸਿੱਧਾ ਭਾਵ ਖਾਲਸੇ ਦੇ ਸ਼ਸਤਰਧਾਰੀ ਹੋਣ ਨੂੰ ਅਪਰਵਾਨ ਕਰਨਾ ਹੈ, ਹਿੰਦੂ ਸਮਾਜ ਨੂੰ ਵਿਆਪਕ ਤਬਾਹੀ ਦੀ ਸੰਭਾਵਨਾ ਤੱਕ ਪਹੁੰਚਾ ਸਕਦਾ ਹੈ। ਕਿ ਹਿੰਦੂਆਂ ਨੂੰ ਇਹ ਅਹਿਸਾਸ ਕਰਾਇਆ ਜਾ ਸਕਦਾ ਹੈ ਕਿ ਉਹ ਆਪਣੀ ਸਭਿਅਤਾ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾਉਣ ਜਾ ਰਹੇ ਹਨ। ਅਸੀਂ ਇਸ ਆਉਣ ਵਾਲੇ ਸੰਭਾਵਿਤ ਖਤਰੇ ਦੀ ਦੁਹਾਈ ਪਾ ਕੇ ਸੰਤੁਸ਼ਟ ਤੇ ਸੁਰਖਰੂ ਹਾਂ। ਹੁਣ ਤੁਸੀਂ ਸੁਣ ਰਹੇ ਸੀ ਸ਼ਹੀਦ ਬਿਲਾਸ ਸੰਤ ਜਰਨੈਲ ਸਿੰਘ ਕਿਤਾਬ ਦਾ ਅਧਿਆਇ ਪਿੰਡਰਾਂ ਵਾਲੇ ਦੀ ਸ਼ਮਸ਼ੀਰ, ਜਿਸ ਦੇ ਲੇਖਕ ਨੇ ਗੁਰਤੇਜ ਸਿੰਘ। YouTube ਚੈਨਲ ਅਕਾਲ ਆਡੀਓ ਬੁੱਕਸ ਤੇ ਹੁਣ ਜਲਦੀ ਹੀ ਲੈ ਕੇ ਆਵਾਂਗੇ ਇਸ ਕਿਤਾਬ ਦਾ ਅਗਲਾ ਅਧਿਆਇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।